ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਦੋਸਤੋ, ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਉੱਭਰ ਕੇ ਸਾਹਮਣੇ ਆਉਂਦੀ ਹੈ, ਜਿਹਦਾ ਜ਼ਿਕਰ ਵੀ ਹੁੰਦਾ ਤੇ ਜਿਹਦੇ ਕਰਕੇ ਫਿਕਰ ਵੀ ਹੁੰਦਾ ਕਿ ਪੰਜਾਬ ਦਾ ਕੀ ਬਣੂਗਾ। ਦਲ ਤਾਂ ਬਥੇਰੇ ਬਣੀ ਜਾਂਦੇ ਆ, ਪਰ ਪੰਜਾਬ ਦੇ ਲੋਕਾਂ ਦੀ ਸੋਝੀ ਦੇ ਉੱਤੇ ਵੀ ਕਈ ਵਾਰ ਸਵਾਲ ਚੁੱਕਣਾ ਬਣਦਾ। ਹਾਲਾਂਕਿ ਮੈਂ ਵੀ ਪੰਜਾਬੀ ਆ, ਮੇਰੀ ਸੋਝੀ ਵੀ ਹੋ ਸਕਦਾ ਕਈ ਮਾਮਲਿਆਂ ਦੇ ਉੱਤੇ ਤੁੱਛ ਜੀ ਹੋਵੇ ਤੇ ਹਰ ਪੱਖ ਦੇ ਉੱਤੋਂ ਮੈਂ ਵੀ ਸੰਪੂਰਨ ਨਾ ਹੋਵਾਂ। ਇੱਕ ਪਾਸੇ ਅੱਜ ਅਸੀਂ ਇਹ ਗੱਲ ਕਹਿੰਦੇ ਹਾਂ ਜੀ ਕਿ ਜਿਹੜੇ ਵੀ ਧਾਰਮਿਕ ਵੰਡੀਆਂ ਪਾਉਂਦੇ ਆ, ਜਿਹੜੇ ਵੀ ਮਨੁੱਖਤਾ ਦੇ ਬਾਬਤ ਨਹੀਂ ਸੋਚਦੇ, ਉਹਨਾਂ ਨੂੰ ਸਮਝਾਉਣਾ ਚਾਹੀਦਾ ਤੇ ਉਹਨਾਂ ਦੇ ਨਾਲ ਵਾਰਤਾਲਾਪ ਹੋਣੀ ਚਾਹੀਦੀ ਹੈ, ਸੰਵਾਦ ਰਚਾਉਣਾ ਚਾਹੀਦਾ। ਪਰ ਅਸੀਂ ਕਿਹੋ ਜਿਹੇ ਬਣ ਚੁੱਕੇ ਆ ਤੇ ਸਾਡਾ ਆਲ ਦੁਆਲ ਕਿਹੋ ਜਿਹਾ ਬਣ ਚੁੱਕਿਆ, ਇਹਦੇ ਬਾਬਤ ਕੁਝ ਕੁ ਅੱਖੀਂ ਦੇਖੇ ਜਿਹੜੇ ਸਬੂਤ ਆ, ਅੱਖੀਂ ਡਿੱਠੇ ਦ੍ਰਿਸ਼ ਆ ਜਿਹੜੇ, ਉਹ ਜ਼ਰੂਰ ਸਾਂਝੇ ਕਰਨ ਨੂੰ ਅੱਜ ਜੀ ਕਰਦਾ ਸੀਗਾ। ਕਿਉਂਕਿ ਪਿਛਲੇ ਦਿਨੀ ਮੈਂ ਨਿੱਜੀ ਤੌਰ ਦੇ ਉੱਤੇ ਜਦੋਂ ਗਿਆ ਪ੍ਰਾਈਮ ਏਸ਼ੀਆ TV ਦੇ ਲਈ ਪ੍ਰੋਗਰਾਮ ਕਰਨ ਵਾਸਤੇ ਚੱਜ ਦਾ ਵਿਚਾਰ, ਜਿਹਦੇ ਵਿੱਚ ਅਸੀਂ ਬਲਜਿੰਦਰ ਸਿੰਘ ਜਿੰਦੂ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ। ਉਸ ਦਿਨ ਮੈਂ ਉੱਥੇ ਲੰਮਾ ਸਮਾਂ ਕਤਾਰ ਦੇ ਵਿੱਚ ਖੜ੍ਹ ਕੇ ਲੋਕਾਂ ਦੇ ਅਹਿਸਾਸ ਆ ਜਿਹੜੇ ਉਹ ਵੀ ਸਮਝੇ। ਉਸ ਦਿਨ ਇਹ ਵੀ ਸਮਝਿਆ ਜੀ ਕਿ ਲੋਕ ਕਿਹੜੀ ਗੱਲੋਂ ਇੱਥੇ ਆਉਂਦੇ ਆ। ਬਹੁਤ ਵੱਡੇ ਪੱਧਰ ਦੇ ਉੱਤੇ ਬਲਜਿੰਦਰ ਸਿੰਘ ਜਿੰਦੂ ਦੇ ਇਸ ਉਦਮ ਦੀ ਸ਼ਲਾਘਾ ਹੋ ਰਹੀ ਆ, ਹੋਣੀ ਵੀ ਚਾਹੀਦੀ ਹੈ, ਕਿਉਂਕਿ ਉਹਨੇ ਮਨੁੱਖਤਾ ਦੀ ਸੇਵਾ ਵਾਲਾ ਕੰਮ ਕੀਤਾ। ਜਿਹੜੀ ਦਵਾਈ ਜਿਹੜੇ ਭਾਅ ਦੇ ਉੱਤੇ ਆਉਂਦੀ ਆ, ਉਸੇ ਭਾਅ ਦੇ ਉੱਤੇ ਵੇਚਣਾ, ਇਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ, ਇਹ ਗੁਰੂ ਨਾਨਕ ਮੋਦੀ ਖਾਨੇ ਦੇ ਹਿੱਸੇ ਹਾਲ ਦੀ ਘੜੀ ਆਇਆ। ਉਸ ਤੋਂ ਬਾਅਦ ਹੁਣ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਮੋਦੀ ਖਾਨੇ ਖੁੱਲ੍ਹਣ ਲੱਗੇ ਆ। ਇਹ ਰਾਜਨੀਤੀ ਤੋਂ ਪ੍ਰੇਰਿਤ ਨਾ ਹੋਣ ਤੇ ਆਪਣੇ ਆਪ ਨੂੰ ਉਭਾਰਨ ਦੀ ਥਾਂ ਦੇ ਉੱਤੇ ਸਿਰਫ ਤੇ ਸਿਰਫ ਲੋਕਾਂ ਦੀ ਸੇਵਾ ਦੇ ਨਾਲ ਜੁੜ ਕੇ ਮੋਦੀ ਖਾਨੇ ਖੋਲ੍ਹੇ ਜਾਣ, ਇਹਦੀ ਅਸੀਂ ਕਾਮਨਾ ਕਰਦੇ ਆ। ਪਰ ਕਈ ਕੁਝ ਅੰਦਰ ਖਾਤੇ ਖਬਰਾਂ ਆ ਰਹੀਆਂ ਸਾਹਮਣੇ। ਪਰ ਮੈਨੂੰ ਕੁਝ ਕੁ ਲੋਕਾਂ ਨੇ ਗੱਲ ਕਹੀ ਕਿ ਬਲਜਿੰਦਰ ਸਿੰਘ ਜਿੰਦੂ ਆ ਜਿਹੜਾ, ਉਹ ਤਾਂ ਜੀ ਸਿਰਫ ਤੇ ਸਿਰਫ ਟਿਕਟ ਦਾ ਚਾਹਵਾਨ ਆ, ਉਹ ਤਾਂ ਫਲਾਣੀ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਇਆ, ਉਹ ਤਾਂ ਐ ਹੈ, ਉਹ ਤਾਂ ਫਲਾਂ ਹੈ, ਢਿੰਗ ਹੈ। ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਕਿ ਜੀ ਆਪਾਂ ਕਦੇ ਸੰਤੁਸ਼ਟ ਹੋਣਾ ਵੀ ਸਿੱਖ ਲਈਏ, ਆਪਾਂ ਸਿਰਫ ਉਲਾਂਭੇ ਮੜਨੇ ਬੰਦ ਕਰੀਏ। ਆਪਾਂ ਆਪ ਕੁਝ ਕਰਦੇ ਨਹੀਂ ਜਾਂ ਬਹੁਤ ਘੱਟ ਕੁਝ ਕਰਦੇ, ਜੇਕਰ ਕੋਈ ਕਰਦਾ ਤਾਂ ਫਿਰ ਅਸੀਂ ਉਹਦੇ 'ਚ ਨਗੋਚਾਂ ਕੱਢਦੇ ਹਾਂ। ਉਹ ਅਕਾਲੀ ਦਲ ਦਾ ਆਗੂ ਹੋਵੇ, ਉਹ ਕਾਂਗਰਸ ਦੇ ਵੱਲੋਂ ਟਿਕਟ ਲੈਣੀ ਚਾਹਵੇ, ਉਹ ਆਮ ਆਦਮੀ ਪਾਰਟੀ ਵੱਲੋਂ ਲੈਣੀ ਚਾਹਵੇ, ਉਹ ਭਾਜਪਾ ਵੱਲੋਂ ਲੈਣੀ ਚਾਹਵੇ, ਸਾਡਾ ਇਹਦੇ ਨਾਲ ਕੀ ਤਾਲੁਕ ਸਿਰਫ ਇਸ ਗੱਲ ਦੇ ਨਾਲ ਆ ਕਿ 117 ਰੁਪਈਆਂ ਦਾ ਦਵਾਈਆਂ ਦਾ ਪੱਤਾ ਜਿਹੜਾ ਉਹ ਸਾਨੂੰ 30 ਰੁਪਈਏ ਦਾ ਮਿਲ ਰਿਹਾ ਕਿ ਨਹੀਂ, ਤੇ ਅੱਜ ਤੱਕ ਇਹ ਮਿਲਿਆ ਸੀ ਜਾਂ ਨਹੀਂ ਮਿਲਿਆ ਸੀ। ਉੱਥੇ ਇੱਕ ਔਰਤ ਮਿਲੀ, ਉਹਨੇ ਇਹ ਗੱਲ ਕਹੀ ਜੀ ਕਿ ਸਾਲਟ ਦੇ ਬਾਰੇ ਪਤਾ ਹੈ ਜਿੰਦੂ ਨੂੰ ਕਿ ਸਾਲਟ ਕੀ ਹੁੰਦਾ। ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਜਦੋਂ ਤੱਕ ਆਪਾਂ ਹੁਣ ਤੱਕ ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਗਏ ਆ ਦਵਾਈਆਂ ਲੈਣ, ਤੁਸੀਂ ਵੀ ਜਾਂਦੇ ਆ, ਮੈਂ ਵੀ ਜਾਂਦਾ ਆਪਣੀ ਮਾਤਾ ਦੀ ਦਵਾਈ ਲੈਣ ਦੇ ਲਈ, ਸਾਨੂੰ ਪਤਾ ਵੀ ਉਹਦੇ ਵਿਚਲਾ ਸਾਲਟ ਆ ਜਿਹੜਾ ਉਹ ਸਹੀ ਹੈ ਕਿ ਗਲਤ ਆ। ਜੇ ਬੰਦਾ ਕੰਮ ਕਰਦਾ ਉਹਨੂੰ ਕਰ ਲੈਣ ਦੇਈਏ, ਜੇਕਰ ਆਪਾਂ ਨੂੰ ਕੰਮ ਉਹਦਾ ਨਹੀਂ ਪਸੰਦ ਤੇ ਆਪਾਂ ਉਸ ਤੋਂ ਵਧੀਆ ਤੇ ਵੱਡਾ ਕੰਮ ਕਰੀਏ ਤਾਂ ਜੋ ਜਿੰਦੂ ਜਾਂ ਕੋਈ ਵੀ ਹੋਰ ਬੰਦਾ ਉਹਦੇ ਤੋਂ ਸਿੱਖੇ। ਪਰ ਜਿਹੜਾ ਬੰਦਾ ਕੰਮ ਕਰਦਾ, ਜੇਕਰ ਅਸੀਂ ਉਹਦੀ ਸ਼ਲਾਘਾ ਨਹੀਂ ਕਰ ਸਕਦੇ, ਅਸੀਂ ਲੱਤ ਡਾਉਣੀ ਵਿੱਚ ਬੰਦ ਕਰੀਏ। ਜਿੰਨਾ ਕੁ ਕੰਮ ਹੋ ਰਿਹਾ ਉਹਨੂੰ ਸਵੀਕਾਰ ਕਰੀਏ ਤੇ ਜਿਹੜਾ ਉਹ ਤੋਂ ਨਹੀਂ ਹੁੰਦਾ ਉਹ ਆਪ ਕਰਨਾ ਸ਼ੁਰੂ ਕਰੀਏ। ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਕਿਸੇ ਦੇ ਪ੍ਰਚਾਰਕ ਨਹੀਂ ਆ, ਪਰ ਜਦੋਂ ਕੋਈ ਵੀ ਬੰਦਾ ਘੱਟ ਜਾਂ ਵੱਧ ਕੰਮ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਨਗੋਚਾਂ ਕੱਢੀਆਂ ਜਾਂਦੀਆਂ ਤੇ ਦੁੱਖ ਜ਼ਰੂਰ ਹੁੰਦਾ ਵੀ ਯਾਰ ਆਪਾਂ ਕਦੇ ਸੰਤੁਸ਼ਟ ਹੋਏ ਹੀ ਨਹੀਂ, ਆਪਾਂ ਨੂੰ ਕਦੇ ਕੋਈ ਪਸੰਦ ਹੋਇਆ ਹੀ ਨਹੀਂ। ਅੱਜ ਤੱਕ ਅਸੀਂ ਜੋ ਕੁਝ ਕਰਦੇ ਆਏ ਹਾਂ ਉਹਦੇ ਵਿੱਚ ਮਨੁੱਖਤਾ ਦੇ ਪੱਖ ਦੀ ਕਿੰਨੀ ਕੁ ਗੱਲ ਹੁੰਦੀ ਹੈ। ਸੋ ਆਪਾਂ ਸਾਰਿਆਂ ਨੂੰ ਉਹ ਕੰਮ ਕਰਨੇ ਚਾਹੀਦੇ ਆ ਜਿਹੜਾ ਜਿੰਦੂ ਜਾਂ ਜਿਹੜਾ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ ਜਾਂ ਜਿਹੜਾ ਅਨਮੋਲ ਕੁਆਤਰਾ ਜਾਂ ਕੋਈ ਵੀ ਹੋਰ ਜਿਹੜੀ ਸੰਸਥਾ ਇਸ ਵਕਤ ਕੰਮ ਕਰ ਰਹੀ ਹੈ, ਜੇ ਉਹ ਤੋਂ ਉਹ ਨਹੀਂ ਹੁੰਦੇ ਤਾਂ ਸਾਡਾ ਵੀ ਫਰਜ਼ ਬਣਦਾ ਅਸੀਂ ਉਹ ਕੰਮ ਕਰੀਏ, ਨਿੱਠ ਕੇ ਕੰਮ ਕਰੀਏ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਅਸੀਂ ਪੰਜਾਬੀ ਆ ਜਿਹੜੇ, ਉਹ ਕਿਹੋ ਜਿਹੇ ਸੁਭਾਅ ਦੇ ਮਾਲਕ ਬਣਦੇ ਜਾਂਦੇ ਆ। ਨਵਤੇਜ ਸਿੰਘ ਗੁੱਗੂ ਜਿਹੜਾ ਕਿ ਬਟਾਲੇ ਦੇ ਵਿੱਚ ਆਪਾਂ ਜਾਣਦੇ ਕਿ ਹਸਪਤਾਲ, ਜਿਹਦੇ ਵੱਲੋਂ ਮਨੁੱਖਤਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਕੀਤੀ ਜਾ ਰਹੀ ਹੈ, ਪੁਲਿਸ ਦੇ ਵੱਲੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ। ਸਾਡੀਆਂ ਸਰਕਾਰਾਂ ਦੀ ਗੱਲ ਤਾਂ ਇੱਕ ਪਾਸੇ, ਕਿਉਂਕਿ ਸਰਕਾਰਾਂ ਕਿੰਨੀਆਂ ਕੁ ਚੰਗੀਆਂ ਤੇ ਸਰਕਾਰਾਂ ਕਿੰਨਾ ਕੁ ਵਧੀਆ ਤਰੀਕੇ ਨਾਲ ਕੰਮਕਾਜ ਕਰਦੀਆਂ ਲੋਕਾਂ ਦੇ ਲਈ ਕਿਸੇ ਨੂੰ ਦੱਸਣ ਤੇ ਪੁੱਛਣ ਦੀ ਲੋੜ ਨਹੀਂ। ਕਿਸੇ ਪਾਰਟੀ ਦਾ ਨਾਂ ਲਏ ਤੋਂ ਬਿਨਾਂ ਆਪਾਂ ਸਾਰਾ ਕੁਝ ਜਾਣਦੇ ਹਾਂ ਵੀ ਕੌਣ ਕਿੰਨੇ ਕੁ ਜੋਗਾ ਤੇ ਕੀ ਕੁਝ ਕਰਦਾ ਮਨੁੱਖਤਾ ਦੇ ਲਈ, ਲੋਕਾਂ ਦੇ ਲਈ। ਪਰ ਨਵਤੇਜ ਸਿੰਘ ਗੁੱਗੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿਉਂਕਿ ਉਹ ਸਮਾਜ ਸੇਵਾ ਕਰਦਾ, ਕਿਉਂਕਿ ਉੱਥੇ ਕਰੋਨਾ ਪੀੜਤ ਜਿਹੜੇ ਕਹਿੰਦੇ ਆਗੇ ਤੇ ਘੇਰਾ ਉਸ ਹਸਪਤਾਲ ਨੂੰ ਇਉਂ ਪਾਇਆ ਗਿਆ ਕਿ ਜਿਵੇਂ ਬਹੁਤ ਵੱਡਾ ਕੋਈ ਸਮਾਜ ਵਿਰੋਧੀ ਅਨਸਰ ਉੱਥੇ ਬੈਠਾ। ਉਹ ਹਸਪਤਾਲ ਦੇ ਵਿੱਚ ਲੁਕਿਆ ਹੋਇਆ, ਉਹਨੂੰ ਬਾਹਰ ਕੱਢ ਕੇ ਲਿਆਉਣਾ ਬਹੁਤ ਵੱਡੀ ਜ਼ਰੂਰਤ ਬਣ ਗਈ ਹੈ। ਉਹ ਬੰਦਾ ਇਹ ਗੱਲ ਕਹਿ ਰਿਹਾ ਜੀ ਕਿ ਮੈਂ ਆਪ ਆ ਜਾਣਾ ਸੀ, ਆਪਦਾ ਸਕੂਟਰ ਚੱਕ ਕੇ, ਕਾਰ ਚੱਕ ਕੇ, ਤੁਸੀਂ ਇੰਨੇ 1500 ਬੰਦਾ ਲੈ ਕੇ ਆਉਣਾ ਸੀਗਾ, ਇਹਦੇ ਬਾਬਤ ਕੀ ਤਲਕ ਬਣਦਾ? ਤੁਸੀਂ 150-200 ਬੰਦਾ ਲੈ ਕੇ ਆਏ ਹੋ, ਤੁਸੀਂ 1500 ਵੀ ਲਿਆਉਂਦੇ ਮੈਂ ਤਾਂ ਵੀ ਇਕੱਲੇ ਨਹੀਂ ਆਉਣਾ ਸੀ, ਮੈਨੂੰ ਨਾ ਤੁਸੀਂ ਆਪ ਸੱਦ ਲੈਂਦੇ, ਉੱਥੇ ਮੈਂ ਆਪ ਇਕੱਲੇ ਨਹੀਂ ਆ ਜਾਣਾ ਸੀ। ਮਤਲਬ ਇਹ ਹੈ ਕਿ ਅਸੀਂ ਸਮਾਜ ਸੇਵਾ ਦੇ ਵਿੱਚ ਟੁੱਚਰ ਕਿਵੇਂ ਡਾਉਂਦੇ ਆ। ਮੈਂ ਇਹ ਗੱਲ ਕਹਿਣਾ ਕਿ ਅਤੀਤ ਨੂੰ ਇੱਕ ਪਾਸੇ ਰੱਖ ਦਿੰਦੇ ਆ, ਵਰਤਮਾਨ ਸਮੇਂ ਦੇ ਵਿੱਚ ਕੌਣ ਕੀ ਕੰਮ ਕਰਦਾ ਇਹਦੇ ਉੱਤੇ ਸਵਾਲ ਸਾਨੂੰ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਚੰਗਾ ਕੰਮ ਕਰਦਾ ਉਹਦੀ ਦਿਲ ਖੋਲ੍ਹ ਕੇ ਸ਼ਲਾਘਾ ਕਰੀਏ। ਬਟਾਲੇ ਦੇ ਵੱਲ ਜਿੰਨੀਆਂ ਵੀ ਸਮਾਜ ਸੇਵੀ ਜਥੇਬੰਦੀਆਂ, ਉਹਨਾਂ ਦੇ ਵਿੱਚੋਂ ਕਿੰਨੀਆਂ ਕਿ ਇਹੋ ਜਿਹੀਆਂ ਜਿਹੜੀਆਂ ਹੁਣ ਤੱਕ ਗੁੱਗੂ ਦੇ ਹੱਕ ਦੇ ਵਿੱਚ ਆਈਆਂ। ਅਸੀਂ ਇਹ ਤਾਂ ਗੱਲ ਕਹਿ ਰਹੇ ਹਾਂ ਜੀ ਕਿ ਗੁੱਗੂ ਨੇ ਬਹੁਤ ਕਮਾਲ ਦੀ ਸੇਵਾ ਕੀਤੀ ਆ,
ਪਰ ਉਹਨੂੰ ਸਿਲਾ ਕੀ ਮਿਲ ਰਿਹਾ ਤੇ ਜੇਕਰ ਉਹ ਅੱਜ ਮੁਸ਼ਕਲ ਦੀ ਘੜੀ ਦੇ ਵਿੱਚ ਤੇ ਅਸੀਂ ਨਾਲ ਕਿੰਨਾ ਕੁ ਤੁਰਦੇ ਆ, ਇਹਦੇ ਬਾਬਤ ਕਦੇ ਸੋਚ ਕੇ ਤਾਂ ਵੇਖੀਏ। ਉਸ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜਿਹੜਾ ਬੰਦਾ ਸਮਾਜ ਸੇਵਾ ਕਰਦਾ ਉਹਨੂੰ ਪੁਲਿਸ ਘੇਰਾ ਪਾ ਕੇ ਲੈ ਜਾਂਦੀ ਹੈ, ਅਸੀਂ ਹੱਕ ਦੇ ਵਿੱਚ ਨਹੀਂ ਖੜਦੇ ਜਾਂ ਬਹੁਤ ਘੱਟ ਖੜਦੇ ਆ। ਪਰ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਆਥਣ ਤੱਕ ਅੱਗ ਉਗਲਦਾ ਸੁਧੀਰ ਸੂਰੀ ਵਰਗਾ, ਉਹਨੂੰ ਗਨਮੈਨ ਦਰਜਨਾਂ ਦੇ ਹਿਸਾਬ ਦੇ ਨਾਲ ਮਿਲੇ ਹੋਏ ਆ। ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਪੰਜਾਬੀ ਆ ਜਿਹੜੇ ਉਹ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਆ ਤੇ ਜਨਾਨੀਆਂ ਉਹਨਾਂ ਦੀਆਂ ਵੱਖ-ਵੱਖ ਹੋਰ ਲੋਕਾਂ ਦੇ ਨਾਲ ਐਦਾਂ ਕਰਦੀਆਂ ਹਨ, ਫਲਾਂ ਕਰਦੀਆਂ ਹਨ, ਢੀਂਗ ਕਰਦੀਆਂ ਹਨ। ਮਾਫ ਕਰਨਾ, ਇਹ ਸ਼ਬਦ ਸਿੱਧੇ ਤੌਰ ਦੇ ਉੱਤੇ ਬੋਲਣ ਵਾਲੇ ਨਹੀਂ, ਕਿਉਂਕਿ ਅਸੀਂ ਸੂਰੀ ਨਹੀਂ ਆ, ਅਸੀਂ ਸੁਧੀਰ ਨਹੀਂ ਆ। ਸੋ ਸੱਭਿਅਕ ਤਰੀਕੇ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਜਿਹੜਾ ਬੰਦਾ ਅੱਗ ਉਗਲਦਾ, ਅੱਗ ਲਾਈ ਡੱਬੂ ਕੰਧ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਚੱਲਦਾ ਹੈ, ਉਹਨੂੰ ਗਨਮੈਨ ਮਿਲਦੇ ਆ ਤੇ ਲੋਕ ਉਹਦੇ ਖਿਲਾਫ ਆਵਾਜ਼ ਨਹੀਂ ਚੁੱਕਦੇ। ਤੇ ਜਿੱਥੇ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਉੱਥੇ ਅਸੀਂ ਚੁੱਪ ਹਾਂ, ਜਿੱਥੇ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਸੁਧੀਰ ਸੂਰੀ ਦੇ ਖਿਲਾਫ, ਉੱਥੇ ਅਸੀਂ ਤਮਾਸ਼ਾ ਵੇਖ ਰਹੇ ਹਾਂ। ਸਾਨੂੰ ਇਸ ਤਮਾਸ਼ਗਰੀ ਦੇ ਵਿੱਚੋਂ ਨਿਕਲਣਾ ਚਾਹੀਦਾ। ਜੇ ਤਾਂ ਸਮਾਜ ਦੇ ਵਿੱਚ ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਇਹ ਨਹੀਂ ਕਹਿੰਦਾ ਵੀ ਸਾਰੀ ਉਮਰ ਉਹਨੇ ਉਵੇਂ ਚੱਲਣਾ। ਮੈਨੂੰ ਵੀ ਨਹੀਂ ਪਤਾ ਕਿ ਅਗਲੇ ਪਲ ਦੇ ਵਿੱਚ ਬੰਦੇ ਨੇ ਕਿਹੜੇ ਨੇ ਗਲਤ ਨੇ ਸਹੀ ਤੇ ਸਹੀ ਨੇ ਗਲਤ ਕੰਮ ਕਰ ਜਾਣਾ। ਪਰ ਜੇਕਰ ਅਸੀਂ ਅੱਜ ਗੁੱਗੂ ਵਰਗੇ ਲੋਕਾਂ ਦੇ ਹੱਕ ਦੇ ਵਿੱਚ ਨਹੀਂ, ਜੇਕਰ ਅੱਜ ਅਸੀਂ ਸੁਧੀਰ ਸੂਰੀ ਵਰਗੇ ਲੋਕਾਂ ਦੇ ਖਿਲਾਫ ਨਹੀਂ ਬੋਲਦੇ, ਆਲੋਚਨਾ ਉਹਨਾਂ ਦੀ ਨਹੀਂ ਕਰਦੇ, ਜੇਕਰ ਅਸੀਂ ਬਲਜਿੰਦਰ ਸਿੰਘ ਜਿੰਦੂ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਵੀ ਪ੍ਰਵਾਨ ਨਹੀਂ ਕਰਦੇ, ਤਾਂ ਮਤਲਬ ਇਹ ਆ ਕਿ ਸਾਡਾ ਕੁਝ ਨਹੀਂ ਹੋ ਸਕਦਾ। ਅਸੀਂ ਸਿਰਫ ਗੱਲਾਂ ਵਾਲੇ ਆ, ਅਸੀਂ ਸਿਰਫ ਰਾਇਆਂ ਦੇਣ ਵਾਲੇ ਆ। ਮੈਨੂੰ ਨਿੱਜੀ ਤੌਰ ਦੇ ਉੱਤੇ ਕਈ ਲੋਕਾਂ ਦੇ ਫੋਨ ਆਉਂਦੇ ਕਿ ਤੁਹਾਨੂੰ ਆਹ ਗੱਲ ਜ਼ਰੂਰ ਕਰਨੀ ਚਾਹੀਦੀ ਆ, ਤੁਸੀਂ ਆਹ ਗੱਲ ਕਿਉਂ ਨਹੀਂ ਕੀਤੀ, ਤੁਸੀਂ ਆਹ ਗੱਲ ਸ਼ਾਇਦ ਇਸ ਕਰਕੇ ਨਹੀਂ ਕੀਤੀ ਹੋਣੀ। ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਆਪ ਜੀ ਵੀ ਕੁਛ ਕਰੋ। ਇਸ ਪੰਜਾਬ ਦੇ ਵਾਸੀ ਤੁਸੀਂ ਵੀ ਹੋ, ਇਸ ਪੰਜਾਬ ਦੀ ਆਬੋ ਹਵਾ ਦੇ ਵਿੱਚ ਸਾਹ ਤੁਸੀਂ ਵੀ ਲੈਂਦੇ ਹੋ, ਇਸ ਪੰਜਾਬ ਦੇ ਜ਼ਿੰਮੇਵਾਰ ਨਾਗਰਿਕ ਤੁਸੀਂ ਵੀ ਬਣ ਸਕਦੇ ਹੋ। ਕੱਲਾ ਮੈਂ ਹੀ ਕਿਉਂ, ਮੈਂ ਤਾਂ ਕੁਝ ਵੀ ਨਹੀਂ ਕਰਦਾ, ਮੈਂ ਤਾਂ ਇਹ ਗੱਲ ਕਬੂਲ ਕਰਦਾ ਤੁਸੀਂ ਕੁਝ ਕਰੋ, ਮੈਂ ਪ੍ਰਭਾਵਿਤ ਹੋਵਾਂ ਉਸ ਗੱਲ ਤੋਂ। ਯਾਨੀ ਕਿ ਰਾਇਆਂ ਦੇਣੀਆਂ, ਨਗੋਚਾਂ ਕੱਢਣੀਆਂ, ਪੈਰ ਮਿੱਧਣੇ, ਉਹ ਸਾਡੇ ਸੁਭਾਅ ਦੇ ਵਿੱਚ ਪਤਾ ਨਹੀਂ ਕਿਹੜੀ ਗੱਲੋਂ ਆ ਚੁੱਕਿਆ। ਹਾਲਾਂਕਿ ਸਾਰਿਆਂ ਨੂੰ ਅਸੀਂ ਇੱਕੋ ਰੱਸੇ ਨਹੀਂ ਬੰਨ੍ਹ ਸਕਦੇ, ਪਰ ਦੁੱਖ ਜ਼ਰੂਰ ਹੁੰਦਾ ਇਸ ਗੱਲ ਦੇ ਉੱਤੇ ਕਿ ਕੰਮ ਕਰਦੇ ਦੇ ਉੱਤੇ ਅਸੀਂ ਟਕੋਰਾਂ ਕਰਦੇ ਹਾਂ, ਕੰਮ ਆਪ ਕਰਨ ਤੋਂ ਅਸੀਂ ਗੁਰੇਜ਼ ਕਰਦੇ ਹਾਂ। ਬਹੁਤ ਸਾਰੇ ਸੱਜਣੇ ਗੱਲ ਕਹਿੰਦੇ ਜੀ ਕਿ ਅਸੀਂ ਸਮਾਜ ਦੇ ਲਈ ਕੁਝ ਕਰੀਏ ਤਾਂ ਸਹੀ, ਪਰ ਜ਼ਿੰਮੇਵਾਰੀਆਂ ਬਹੁਤ ਆ। ਤੇ ਇਹ ਦੱਸੋ ਕਿ ਜਿਹੜੇ ਲੋਕ ਅੱਜ ਦੀ ਤਰੀਕ ਦੇ ਵਿੱਚ ਸਮਾਜ ਸੇਵਾ ਕਰ ਰਹੇ ਆ, ਉਹ ਘਰ ਦੇ ਵਿੱਚੋਂ ਕੱਢੇ ਹੋਏ ਆ, ਉਹਨਾਂ ਲੋਕਾਂ ਦੇ ਸਿਰ ਦੇ ਉੱਤੇ ਵੀ ਜ਼ਿੰਮੇਵਾਰੀਆਂ ਦੀ ਪੰਡ ਹੈ। ਸੋ ਬੇਨਤੀ ਸਿਰਫ ਅੱਜ ਦੀ ਵੀਡੀਓ ਦੇ ਰਾਹੀਂ ਇੰਨੀ ਕੁ ਕਰਨੀ ਬਣਦੀ ਸੀ ਕਿ ਅਸੀਂ ਆਪ ਵੀ ਕੁਝ ਕਰਨਾ ਸਿੱਖ ਗਏ, ਤੇ ਜੇਕਰ ਸਾਨੂੰ ਕਿਸੇ ਦਾ ਕੀਤਾ ਗਿਆ ਕੰਮ ਪਸੰਦ ਆ ਤਾਂ ਸਾਨੂੰ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਉਦੋਂ ਮਾਰਨਾ ਚਾਹੀਦਾ ਜਦੋਂ ਉਹਦੇ ਉੱਤੇ ਭੀੜ ਪਵੇ। ਅੱਜ ਜੇਕਰ ਨਵਤੇਜ ਸਿੰਘ ਗੁੱਗੂ ਦੇ ਹੱਕ ਦੇ ਵਿੱਚ ਅਸੀਂ ਨਹੀਂ ਖੜਦੇ ਤਾਂ ਮਤਲਬ ਇਹ ਆ ਕਿ ਸਾਨੂੰ ਉਹਦੀ ਸੇਵਾ ਪ੍ਰਵਾਨ ਨਹੀਂ, ਅਸੀਂ ਤਮਾਸ਼ਬੀਨ ਆ। ਅਸੀਂ ਸਿਰਫ ਇਹ ਗੱਲ ਕਹਿਣ ਜੋਗੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਵੈਰੀ ਨਾਈਸ, ਰੱਬ ਮਿਹਰ ਕਰੇ, ਬਾਬੇ ਨਾਨਕ ਦੀ ਤੇਰੇ ਤੇ ਵੱਖਰੀ ਕਿਰਪਾ। ਪਰ ਸਾਡੇ ਉੱਤੇ ਵੀ ਇਹ ਕਿਰਪਾ ਹੈਗੀ ਆ, ਅਸੀਂ ਕੋਈ ਕਿਉਂ ਨਹੀਂ ਕੁਝ ਕਰਦੇਗੇ। ਸਵਾਲ ਤਾਂ ਇਹ ਆ ਅੱਜ ਜੇਕਰ ਅਸੀਂ ਸੁਧੀਰ ਸੂਰੀ ਜਾਂ ਕੋਈ ਵੀ ਹੋਰ ਧਰਮ ਦੇ ਨਾਲ ਜੁੜਿਆ ਹੋਇਆ ਬੰਦਾ ਧਰਮ ਦੇ ਨਾਂ ਦੇ ਉੱਤੇ ਪਵਾੜੇ ਪਾ ਰਿਹਾ, ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾ ਰਿਹਾ, ਅਪਸ਼ਬਦਾਂ ਦੀ ਵਰਤੋਂ ਕਰ ਰਿਹਾ, ਸਰਕਾਰ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਉਹਨੂੰ ਬੰਦੇ ਦਾ ਪੁੱਤ ਬਣਾਇਆ ਜਾਵੇ, ਪਰ ਉਹਨੂੰ ਗਨਮੈਨ ਮਿਲਦੇ ਆ। ਤੇ ਜਿਹੜਾ ਬੰਦਾ ਸਮਾਜ ਦੀ ਸੇਵਾ ਕਰਦਾ ਉਹਨੂੰ ਪੁਲਿਸ ਵਾਲੇ ਖਿੱਚ ਕੇ ਲੈ ਜਾਂਦੇ, ਉਹਦੇ ਲੀੜੇ ਪਾੜਦੇ ਆ। ਸੋ ਬਲਜਿੰਦਰ ਸਿੰਘ ਜਿੰਦੂ ਤੋਂ ਆਸਾਂ ਕਰ ਗਏ ਆਪਾਂ, ਪਰ ਆਪ ਉਹਦੀਆਂ ਆਸਾਂ ਤੋਂ ਅੱਗੇ ਦੀ ਗੱਲ ਕਰੀਏ। ਅਸੀਂ ਬਲਜਿੰਦਰ ਸਿੰਘ ਜਿੰਦੂ ਦੇ ਨਾਲ ਜਿੱਦੀਏ ਵੀ ਅਸੀਂ ਦੇਖੀਏ ਕਿ ਜਿੱਦ ਕੇ ਕੰਮ ਅਸੀਂ ਕਿੰਨਾ ਵਧੀਆ ਕਰਦੇ ਹਾਂ। ਸੋ ਲੋੜ ਮੇਰਾ ਖਿਆਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਹੈ, ਹਰ ਪੰਜਾਬੀ ਨੂੰ ਸਮੇਤ ਮੇਰੇ ਸ਼ੀਸ਼ੇ ਦੇ ਮੂਹਰੇ ਖੜ ਕੇ ਇਹ ਗੱਲ ਦੇਖਣ ਦੀ ਲੋੜ ਹੈ, ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਹੈ ਕਿ ਮੇਰੀ ਜਿੰਨੀ ਵੀ ਉਮਰ ਹੋ ਗਈ ਹੈ, 40 ਸਾਲ ਹੋ ਗਈ ਹੈ, 30 ਸਾਲ ਹੋ ਗਈ ਹੈ, 50 ਸਾਲ ਹੋ ਗਈ, 70 ਸਾਲ ਹੋ ਗਈ ਹੈ, ਮੈਂ ਪੰਜਾਬ ਦੇ ਲਈ ਕੀ ਕੀਤਾ, ਮੈਂ ਸਮਾਜ ਦੇ ਲਈ ਕੀ ਕੀਤਾ, ਆਪਣੇ ਆਲੇ ਦੁਆਲੇ ਦੇ ਲਈ, ਆਪਣੇ ਆਂਢ ਗੁਆਂਢ ਦੇ ਲਈ, ਮਨੁੱਖਤਾ ਦੇ ਲਈ ਮੈਂ ਕੀ ਕੀਤਾ। ਤੇ ਜੇਕਰ ਅਸੀਂ ਕੁਝ ਨਹੀਂ ਕੀਤਾ ਤਾਂ ਫਿਰ ਸਾਨੂੰ ਇਕੱਲੇ ਸਵਾਲ ਕਰਨ ਦਾ ਹੱਕ ਨਹੀਂ ਹੈ ਕਿ ਰਾਜਨੀਤਿਕ ਲੋਕ ਮਾੜੇ ਹਨ, ਫਲਾਣੇ ਇੱਦਾਂ ਹਨ। ਜੇ ਅਸੀਂ ਚੰਗੇ ਨਹੀਂ ਤਾਂ ਫਿਰ ਉਹਨਾਂ ਨੂੰ ਮਾੜੇ ਨਾ ਕਹੀਏ, ਤੇ ਜੇ ਅਸੀਂ ਚੰਗੇ ਆ ਤਾਂ ਫਿਰ ਇਹਨਾਂ ਮਾੜਿਆਂ ਨੂੰ ਬਦਲ ਕੇ ਦਿਖਾਈਏ। ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰਿਓ ਤਾਂ ਜੋ ਜਿਹੜੀ ਮਨੁੱਖਤਾ ਦੀ ਗੱਲ ਹੈ, ਜਿਹੜੀ ਸੇਵਾ ਦੀ ਗੱਲ ਹੈ, ਜਿਹੜੀ ਸਾਡੇ ਪ੍ਰਸੰਗ ਜੁੜੇ ਹੋਏ ਆ, ਇਹਦੇ ਬਾਬਤ